ਵੇਲੇ ਦੀ ਸਭ ਤੋਂ ਵੱਡੀ ਖਬਰ ਦਾ ਰੁਕ ਕਰਾਂਗੇ ਜੋ ਕਿ ਬ੍ਰਿਟੇਨ ਤੋਂ ਆ ਰਹੀ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਆਪਣਾ ਅਸਤੀਫਾ ਅਨਾਉਂਸ ਕਰ ਦਿੱਤਾ। ਜੀ ਹਾਂ, ਦੱਸ ਦਈਏ ਕਿ 6 ਹਫ਼ਤਿਆਂ ਬਾਅਦ ਹੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਬ੍ਰਿਟੇਨ ਦੇ ਇਤਿਹਾਸ ਦੀ ਸਭ ਤੋਂ ਘੱਟ ਸਮੇਂ ਦੀ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਪਰ ਜਾਣਨਗੇ ਲਿਜ਼ ਟਰਸ। ਤੁਹਾਨੂੰ ਦੱਸ ਦਈਏ ਆਪਣੀ ਆਰਥਿਕ ਨੀਤੀਆਂ ਕਾਰਨ ਲਗਾਤਾਰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰ ਰਹੇ ਸੀ ਲਿਜ਼ ਟਰਸ। ਕਈ ਜਦੋਜਹਿਦ ਕੀਤੀ ਗਈ, ਉਹਨਾਂ ਵੱਲੋਂ ਆਪਣਾ ਵਿੱਤ ਵਿਭਾਗ ਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ, ਪਰ ਸ਼ਾਇਦ ਉਹ ਡੈਮੇਜ ਕੰਟਰੋਲ ਨਹੀਂ ਕਰ ਸਕੇ। ਜੀ ਹਾਂ, ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਲਿਜ਼ ਟਰਸ ਨੇ ਕਿਹਾ ਕਿ ਉਹ ਅਸਤੀਫਾ ਦੇਣ ਜਾ ਰਹੇ ਨੇ। ਅਸਤੀਫਾ ਦੇ ਦਿੱਤਾ ਉਹਨਾਂ ਨੇ। ਲਿਜ਼ ਟਰਸ ਨੇ ਹਾਲੇ 6 ਹਫ਼ਤੇ ਪਹਿਲਾਂ ਹੀ ਆਪਣਾ ਅਹੁਦਾ ਸੰਭਾਲਿਆ ਸੀ। ਤੁਹਾਨੂੰ ਇੱਕ ਵਾਰ ਮੁੜ ਤੋਂ ਦੱਸ ਦਈਏ, ਬ੍ਰਿਟੇਨ ਦੇ ਵਿੱਚ ਇਸ ਵੇਲੇ ਮਹਿੰਗਾਈ ਦਰ ਅਸਮਾਨ ਛੂ ਰਹੀ ਹੈ। ਲਗਾਤਾਰ ਜਿਹੜੀ ਫਾਈਨੈਂਸ਼ੀਅਲ ਪਾਲਿਸੀ ਹੈ ਉਸ ਨੂੰ ਲੈ ਕੇ ਜਿਹੜਾ ਇੱਕ ਘਮਸਾਨ ਮਚਿਆ ਹੋਇਆ ਹੈ। ਬ੍ਰੈਗਜ਼ਿਟ ਤੋਂ ਬਾਅਦ ਲਗਾਤਾਰ ਆਰਥਿਕ ਨੀਤੀਆਂ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰ ਰਹੀ ਹੈ ਬ੍ਰਿਟਿਸ਼ ਗਵਰਨਮੈਂਟ। ਪਰ ਹੁਣ ਇਸ ਤੋਂ ਬਾਅਦ ਦੀਆਂ ਜਿਹੜੀਆਂ ਕਿਆਸਰਾਈਆਂ ਨੇ ਉਹ ਹੋਰ ਜ਼ਿਆਦਾ ਇੰਟਰਸਟਿੰਗ ਨੇ, ਕਿਉਂਕਿ ਦੱਸਿਆ ਜਾ ਰਿਹਾ ਕਿ ਰਿਸ਼ੀ ਸੁਨਾਕ ਜੋ ਕਿ ਭਾਰਤੀ ਮੂਲ ਦੇ ਨੇ ਉਹ ਹੁਣ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬਣ ਸਕਦੇ ਨੇ। ਹਾਲਾਂਕਿ ਇਹ ਕਿਆਸਰਾਈਆਂ ਨੇ, ਪਰ ਦੱਸ ਦਈਏ ਕਿ ਕਾਂਟੇ ਦੀ ਟੱਕਰ ਸੀ ਪਿਛਲੀ ਵਾਰ ਵੀ, ਜਦੋਂ 6 ਹਫ਼ਤੇ ਪਹਿਲਾਂ ਵੀ ਜਿਹੜਾ ਇਲੈਕਸ਼ਨਸ ਦਾ ਰਿਜ਼ਲਟ ਆਇਆ ਸੀ ਉਸ ਦੇ ਵਿੱਚ ਲਿਜ਼ ਟਰਸ ਅਤੇ ਰਿਸ਼ੀ ਸੁਨਾਕ ਜੋ ਕਿ ਭਾਰਤੀ ਮੂਲ ਦੇ ਨੇ ਉਹਨਾਂ ਦੇ ਵਿਚਾਲੇ ਕਾਂਟੇ ਦੀ ਟੱਕਰ ਸੀ। ਪਰ ਹੁਣ ਯੂਕੇ ਦੇ ਵਿੱਚ ਵਿਗੜਦੇ ਆਰਥਿਕ ਹਾਲਾਤਾਂ ਦੇ ਕਾਰਨ ਜਦ ਲਿਜ਼ ਟਰਸ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਤਾਂ ਹੁਣ ਸਮਝਿਆ ਜਾ ਰਿਹਾ ਕਿ ਭਾਰਤੀ ਮੂਲ ਦੇ ਰਿਸ਼ੀ ਸੁਨਾਕ ਬਣ ਸਕਦੇ ਨੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ। ਤੁਹਾਨੂੰ ਦੱਸ ਦਈਏ ਇੱਕ ਵਾਰ ਮੁੜ ਤੋਂ, ਬ੍ਰਿਟੇਨ ਦੇ ਇਤਿਹਾਸ ਦੇ ਵਿੱਚ, ਬ੍ਰਿਟਿਸ਼ ਹਿਸਟਰੀ ਦੇ ਵਿੱਚ ਸਭ ਤੋਂ ਘੱਟ ਮਿਆਦ ਦੇ ਲਈ ਅਹੁਦਾ ਸੰਭਾਲਣ ਵਾਲੀ ਪ੍ਰਧਾਨ ਮੰਤਰੀ ਦੇ ਤੌਰ ਤੇ ਜਾਣੇ ਜਾਣਗੇ ਲਿਜ਼ ਟਰਸ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਬੋਰਿਸ ਜੌਨਸਨ ਸੀ, ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਸਕੈਂਡਲਸ ਕਰਨ ਦਾ, ਖਾਸ ਤੌਰ ਤੇ ਪਾਰਟੀ ਗੇਟ, ਕੋਵਿਡ ਦੌਰਾਨ ਜਿਹੜੀ ਪਾਰਟੀ ਉਹਨਾਂ ਨੇ ਕੀਤੀ ਉਸ ਨੂੰ ਲੈ ਕੇ ਬੜੇ ਜ਼ਿਆਦਾ ਇਲਜ਼ਾਮ ਤਰਾਸ਼ੀਆਂ ਲੱਗੀਆਂ। ਉਸ ਤੋਂ ਬਾਅਦ ਬੋਰਿਸ ਜੌਨਸਨ ਨੇ ਅਸਤੀਫਾ ਦਿੱਤਾ। 6 ਹਫ਼ਤਿਆਂ ਪਹਿਲਾਂ ਲਿਜ਼ ਟਰਸ ਨੇ ਬਤੌਰ ਪ੍ਰਧਾਨ ਮੰਤਰੀ, ਬਤੌਰ ਪ੍ਰਾਈਮ ਮਿਨਿਸਟਰ ਜਿਹੜਾ ਕੰਟਰੋਲ ਹਾਸਲ ਕੀਤਾ। ਪਰ ਉਸ ਤੋਂ ਬਾਅਦ ਹੁਣ ਵੀ ਬ੍ਰਿਟੇਨ ਦੇ ਵਿੱਚ ਜਿਹੜੀ ਆਰਥਿਕ ਭੁਚਾਲ ਆਇਆ ਹੋਇਆ ਉਹ ਹਾਲੇ ਸ਼ਾਂਤ ਹੁੰਦਾ ਵਿਖਾਈ ਨਹੀਂ ਦੇ ਰਿਹਾ। ਤੁਹਾਨੂੰ ਦੱਸ ਦਈਏ ਬ੍ਰੈਗਜ਼ਿਟ ਤੋਂ ਬਾਅਦ ਲਗਾਤਾਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਯੂਕੇ। ਸੋ ਹੁਣ ਯੂਕੇ ਦਾ ਕਾਰਜਭਾਰ ਕੌਣ ਸੰਭਾਲੇਗਾ, ਕੌਣ ਹੋਵੇਗਾ ਅਗਲਾ ਪ੍ਰਧਾਨ ਮੰਤਰੀ, ਇਸ ਦੇ ਉੱਪਰ ਨਿਗਾਹਾਂ ਸਭ ਦੀਆਂ ਟਿਕੀਆਂ ਰਹਿਣਗੀਆਂ। ਪਰ ਇੱਕ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਗਲੋਬਲ ਮਾਰਕੀਟਸ ਦੇ ਵਿੱਚ ਵਿੱਤੀ ਹਾਲਾਤ ਜਿਹੜੇ ਬਣੇ ਹੋਏ ਨੇ ਉਸ ਦਾ ਸਭ ਤੋਂ ਮਾੜਾ ਅਸਰ ਇਸ ਵੇਲੇ ਬ੍ਰਿਟੇਨ ਤੇ ਪੈਂਦਾ ਵਿਖਾਈ ਦੇ ਰਿਹਾ। ਐਸੇ ਖਬਰ ਤੇ ਹੋਰ ਗੱਲਬਾਤ ਲਈ ਲੰਡਨ ਤੋਂ ਸਾਡੇ ਸਹਿਯੋਗੀ ਅਨਮੋਲ ਕੌਰ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ। ਜੀ ਅਨਮੋਲ, ਜਾਣਨਾ ਚਾਹਾਂਗੇ ਤੁਹਾਡੇ ਕੋਲੋਂ, ਅਸੀਂ ਸੰਬੋਧਨ ਸੁਣ ਪਾ ਰਹੇ ਸੀ ਲਿਜ਼ ਟਰਸ ਦਾ। ਉਹਨਾਂ ਨੇ ਕਿਹਾ ਕਿ ਜਿਸ ਕੰਮ ਦੇ ਲਈ ਮੈਨੂੰ ਚੁਣਿਆ ਗਿਆ ਉਹ ਕੰਮ ਮੈਂ ਨਹੀਂ ਕਰ ਪਾਈ। ਲਗਾਤਾਰ ਜਿਹੜੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਸੀ ਉਸ ਦੇ ਲਈ ਕ੍ਰਿਟਿਸਿਜ਼ਮ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਆਖਰਕਾਰ ਹੁਣ ਅਸਤੀਫਾ ਦੇ ਦਿੱਤਾ ਹੈ। ਅੱਗੇ ਹੁਣ ਕੀ ਰੋਡ ਮੈਪ ਹੈ ਬ੍ਰਿਟੇਨ ਦੇ ਲਈ? ਜੀ ਅਮਿਤ, ਜਿਸ ਤਰ੍ਹਾਂ ਹਾਲ ਹੀ ਵਿੱਚ ਲਿਜ਼ ਟਰਸ ਵੱਲੋਂ ਇੱਕ 10 ਡਾਊਨਿੰਗ ਸਟਰੀਟ ਦੇ ਬਾਹਰ ਇੱਕ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਆਪਣਾ ਰਿਜ਼ਾਈਨ ਦਿੱਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਨੇ ਕਿੰਗ ਚਾਰਲਸ ਨੂੰ ਵੀ ਆਪਣੇ ਰੈਜ਼ਿਗਨੇਸ਼ਨ ਵਾਸਤੇ ਕਿਹਾ ਗਿਆ ਸੀ ਤੇ ਉਹ ਫਾਈਨਲੀ 10 ਡਾਊਨਿੰਗ ਸਟਰੀਟ ਦੇ ਬਾਹਰ ਆ ਕੇ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ। ਇਹ ਜਿਹੜੀ ਸਰਕਾਰ ਸੀਗੀ ਇਹ ਟੋਟਲ 45 ਦਿਨ ਦੀ ਜਿਹੜੀ ਗਵਰਨਮੈਂਟ ਰਹੀ ਹੈ ਉਹ ਉਹਦੇ ਵਿੱਚ ਰਹੀ, ਕਿਉਂਕਿ ਇਹਨਾਂ ਵਾਸਤੇ ਜਿਹੜੇ ਚੈਲੰਜਸ ਸੀਗੇ ਉਹ ਕੁਝ ਜ਼ਿਆਦਾ ਹੀ ਚੈਲੰਜਸ ਸੀਗੇ ਬੋਰਿਸ ਜੌਨਸਨ ਤੇ ਬੋਰਿਸ ਜੌਨਸਨ ਦੇ ਜਾਣ ਤੋਂ ਬਾਅਦ। ਪਹਿਲਾ ਚੈਲੰਜ ਸੀਗਾ ਇਕੋਨੋਮਿਕ ਇਹਨਾਂ ਦੇ ਆਂਦੇ ਹੀ ਸਭ ਤੋਂ ਪਹਿਲਾਂ ਕੁਈਨ ਦੀ ਡੈਥ ਹੋਈ, ਦੈਨ ਉਸ ਤੋਂ ਬਾਅਦ ਇਕੋਨੋਮਿਕ ਜਿਹੜੀ ਹੈਗੀ ਉਹ ਡਾਊਨ ਹੋਈ। ਉਸ ਤੋਂ ਬਾਅਦ ਜਿਹੜੇ ਹਾਲ ਹੀ ਸੁਲੇ, ਭਾਰਤੀ ਮੂਲ ਦੀ ਸੁਲੇ ਬ੍ਰੈਵਰਮੈਨ ਜਿਹੜੀ ਹੋਮ ਸੈਕਟਰੀ ਸੀਗੀ ਉਹਨਾਂ ਵੱਲੋਂ ਵੀ ਰਿਜ਼ਾਈਨ ਦਿੱਤਾ ਗਿਆ। ਸੋ ਆਈ ਥਿੰਕ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਇਹ ਬੜੀ ਹੀ ਵਰਸਟ ਸਿਚੁਏਸ਼ਨ ਹੈਗੀ ਕਿ ਹੁਣ ਮਤਲਬ ਇਹ ਕਹਿ ਸਕਦੇ ਹੋ ਕਿ ਇਸ ਗਵਰਨਮੈਂਟ ਦੇ ਵਿੱਚ ਕੁੱਲ ਮਿਲਾ ਕੇ ਤੀਜਾ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਹੈ, ਤੀਜਾ ਕੰਜ਼ਰਵੇਟਿਵ ਲੀਡਰ ਜਿਹੜਾ ਹੈਗਾ ਉਹ ਅਨਾਉਂਸ ਕੀਤਾ ਜਾਵੇਗਾ। ਲੇਕਿਨ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਇਲੈਕਸ਼ਨਸ ਅਨਾਉਂਸ ਕੀਤੀ ਜਾਏਗੀ, ਜਨਰਲ ਇਲੈਕਸ਼ਨਸ, ਜਾਂ ਫਿਰ ਨੈਕਸਟ ਵੀਕ ਤੱਕ ਨया ਕੰਜ਼ਰਵੇਟਿਵ ਲੀਡਰ ਜਿਹੜਾ ਹੈਗਾ ਉਹ ਅਨਾਉਂਸ ਕੀਤਾ ਜਾਏਗਾ। ਜੀ ਅਨਮੋਲ, ਰਿਸ਼ੀ ਸੁਨਕ ਦਾ ਨਾਮ ਪਹਿਲਾਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀਗਾ, ਕਾਂਟੇ ਦੀ ਟੱਕਰ ਵੀ ਅਸੀਂ ਵੇਖੀ ਕਿ ਮੰਨਿਆ ਜਾ ਰਿਹਾ ਕਿ ਹੁਣ ਜਿਹੜੇ ਨੈਕਸਟ ਪੀਐਮ ਰਿਸ਼ੀ ਸੁਨਕ, ਭਾਰਤੀ ਮੂਲ ਦੇ ਰਿਸ਼ੀ ਸੁਨਕ ਹੋ ਸਕਦੇ ਨੇ, ਕੰਜ਼ਰਵੇਟਿਵ ਪਾਰਟੀ ਲੀਡਰਸ ਦਾ ਸਪੋਰਟ ਹੈ ਉਹਨਾਂ ਨੂੰ। ਯਾ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਪਿਛਲੀ ਵਾਰ ਸੈਕਿੰਡ ਨੰਬਰ ਤੇ ਰਹੇ ਰਿਸ਼ੀ ਸੁਨਕ ਵੱਲੋਂ ਉਹ ਵੀ ਪੀਐਮ ਦੀ ਦੌੜ ਦੇ ਵਿੱਚ ਸ਼ਾਮਿਲ ਸੀਗੇ ਤੇ ਹੁਣ ਕਿਆਸ ਲਗਾਏ ਜਾ ਰਹੇ ਹੈ ਕਿ ਹੋ ਸਕਦਾ ਹੈ ਨੈਕਸਟ ਵੀਕ ਜਿਹੜਾ ਕੰਜ਼ਰਵੇਟਿਵ ਲੀਡਰ ਦਾ ਜਿਹੜਾ ਚੁਣਾਵ ਕੀਤਾ ਜਾਵੇਗਾ ਉਹਦੇ ਵਿੱਚ ਰਿਸ਼ੀ ਸੁਨਕ ਨੂੰ ਅੱਗੇ ਕਰ ਸਕਦੇ। ਲੇਕਿਨ ਹਾਲੇ ਤੱਕ ਏਦਾਂ ਦੀ ਕੋਈ ਵੀ ਕਨਫਰਮੇਸ਼ਨ ਨਹੀਂ ਆਈ ਹੈਗੀ। ਜਦੋਂ ਤੱਕ ਕਨਫਰਮੇਸ਼ਨ नहीं आएगी उस तक तुसी कुछ भी नहीं कह सकते, क्योंकि उन्हें कुछ भी हो सकता है यूके पार्लियामेंट, यूके पॉलिटिकल में।
ਭਾਰਤ ਦੇ ਉੱਪਰ ਇਸ ਦਾ ਕਿੰਨਾ ਅਸਰ ਪੈਂਦਾ ਵਿਖਾਈ ਦੇ ਰਿਹਾ, ਕਿਉਂਕਿ FTA ਐਗਰੀਮੈਂਟ ਜਿਹੜਾ ਹੈ ਉਸ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਪਾਲਿਸੀਜ਼ ਨੇ ਉਸ ਨੂੰ ਲੈ ਕੇ ਜਿਹੜੀ ਸਟੈਬਿਲਿਟੀ ਵਿਖਾਈ ਦੇਣੀ ਚਾਹੀਦੀ ਯੂਕੇ ਵਿੱਚੋਂ ਵਿਖਾਈ ਨਹੀਂ ਦਿੰਦੀ। ਭਾਰਤ ਦੇ ਉੱਪਰ ਕਿੰਨਾ ਕੁ ਅਸਰ ਪੈਂਦਾ ਅਜਿਹੇ ਅਨਸਟੇਬਲ ਹਾਲਾਤਾਂ ਦਾ? ਅਨਮੋਲ, ਦੇਖੋ ਭਾਰਤ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤੇ ਯੂਕੇ ਗਵਰਨਮੈਂਟ ਜਿਹੜੀ ਹੈਗੀ ਹੈ ਤੇ ਭਾਰਤ ਦਾ ਜਿਹੜਾ ਇਕਨੋਮਿਕ ਐਂਡ FTA ਜਿਹੜੀ ਡੀਲ ਫ੍ਰੀ ਟ੍ਰੇਡ ਡੀਲ ਜਿਹੜੀ ਸਾਈਨ ਕੀਤੀ ਗਈ ਸੀ ਉਹਦੇ ਵਿੱਚ ਹੋ ਸਕਦਾ ਹੈ ਕਾਫੀ ਜ਼ਿਆਦਾ ਗਹਿਰਾ ਪ੍ਰਭਾਵ ਪਏ, ਕਿਉਂਕਿ ਇਕਨੋਮੀ ਜਿਹੜੀ ਹੈਗੀ ਹੈ ਬਿਲਕੁਲ ਹੀ ਇਸ ਸਮੇਂ ਯੂਕੇ ਦੀ ਇਕਨੋਮੀ ਜਿਹੜੀ ਹੈਗੀ ਬਿਲਕੁਲ ਹੀ ਡਾਊਨ ਜਾ ਚੁੱਕੀ ਹੈ ਤੇ ਕੁਝ ਵੀ ਪ੍ਰਭਾਵ ਬੁਰਾ ਹੀ ਪੈ ਸਕਦਾ ਹੈ, ਲੇਕਿਨ ਹਾਲੇ ਕੁਝ ਨਹੀਂ ਕਹਿ ਸਕਦੇ ਇਸ ਚੀਜ਼ ਦੇ ਬਾਰੇ। ਨੈਕਸਟ ਵੀਕ ਤੱਕ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਪਤਾ ਚੱਲੂਗੀ। ਨਾਲ ਹੀ ਬੜਾ ਜ਼ਰੂਰੀ ਹੋ ਜਾਂਦਾ ਮਾਰਕੀਟ ਕ੍ਰੈਸ਼ ਦੀ ਗੱਲ ਲਿਜ਼ ਟਰੱਸ ਨੇ ਵੀ ਕੀਤੀ। ਅਨਮੋਲ, ਅਸੀਂ ਵੇਖਦੇ ਆ ਰਹੇ ਹਾਂ ਲੰਘੇ ਦਿਨੀ ਨਿਰਮਲਾ ਸੀਤਾਰਮਨ ਦਾ ਬਿਆਨ ਵੀ ਬੜਾ ਚਰਚਾ ਦੇ ਵਿੱਚ ਰਿਹਾ ਕਿ ਭਾਰਤ ਦਾ ਜਿਹੜਾ ਰੁਪਈਆ ਹੈ ਉਹ ਕਮਜ਼ੋਰ ਨਹੀਂ ਹੋਇਆ, ਡਾਲਰ ਬਹੁਤ ਜ਼ਿਆਦਾ ਮਜ਼ਬੂਤ ਹੋ ਗਿਆ, ਪਰ ਯੂਕੇ ਦੀ ਕਰੰਸੀ ਦੇ ਉੱਪਰ ਵੀ ਇਸ ਦਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਵੇਖਿਆ ਗਿਆ। ਬੌਂਡ ਜਿਹੜੇ ਹੈ ਉਹ ਸਕਾਈ ਹਾਈ ਵੇਖੇ ਗਏ। ਤਾਂ ਕੀ ਸਮਝਿਆ ਜਾਵੇ ਇਕਨੋਮੀ ਦੇ ਉੱਪਰ, ਕੀ ਇਸ ਰੈਜ਼ਿਗਨੇਸ਼ਨ ਦਾ ਹੁਣ ਹੋਰ ਜ਼ਿਆਦਾ ਨੈਗੇਟਿਵ ਇੰਪੈਕਟ ਪਏਗਾ ਜਾਂ ਫਿਰ ਸਮਝਿਆ ਜਾ ਸਕਦਾ ਹੈ ਕਿ ਮਾਰਕੀਟਸ ਇਸ ਨੂੰ ਵੈਲਕਮ ਕਰਨਗੀਆਂ, ਚੇਅਰ ਅਪ ਕਰਨਗੀਆਂ? ਦੇਖੋ, ਜਿਸ ਤਰ੍ਹਾਂ ਲਿਜ਼ ਟਰੱਸ ਦੇ ਆਉਣ ਤੋਂ ਬਾਅਦ ਇਕਨੋਮਿਕ ਕ੍ਰਾਈਸਿਸ ਜਿਹੜੇ ਹੈਗੇ ਜਿਸ ਤਰ੍ਹਾਂ ਬਹੁਤ ਜ਼ਿਆਦਾ ਵਧੇ, ਚਾਹੇ ਉਹਦੇ ਵਿੱਚ ਤੁਸੀਂ ਕਾਸਟ ਆਫ ਲਿਵਿੰਗ ਕਹਿ ਲਓ, ਚਾਹੇ ਉਹਦੇ ਵਿੱਚ એનર્ਜੀ ਬਿਲਸ ਕਹਿ ਲਓ, ਤੁਸੀਂ ਕੁਝ ਵੀ ਤੁਸੀਂ ਇਹਦੇ ਵਿੱਚ ਕਹੋ, ਉਹ ਸਾਰੇ ਹੀ ਹਾਈਕ ਗਏ ਤੇ ਸਾਰੇ ਜਿੰਨੇ ਵੀ ਆਪਣੇ ਯੂਕੇ ਦੇ ਵਿੱਚ ਜਿਹੜੀ ਪਬਲਿਕ ਹੈਗੀ ਉਹਨਾਂ ਨੇ ਲਿਜ਼ ਟਰੱਸ ਨੂੰ ਕਾਫੀ ਜ਼ਿਆਦਾ ਪਸੰਦ ਨਹੀਂ ਕੀਤਾ, ਕਿਉਂਕਿ ਜਿਸ ਤਰ੍ਹਾਂ ਇਹਨਾਂ ਦੇ ਆਂਦੇ ਹੀ ਇਕਨੋਮਿਕ ਬਹੁਤ ਜ਼ਿਆਦਾ ਵਧ ਗਈ, ਕਾਸਟ ਆਫ ਲਿਵਿੰਗ ਜਿਹੜਾ ਹੈਗਾ ਉਹਨਾਂ ਦੇ ਪ੍ਰਾਈਸ ਇੰਨੇ ਜ਼ਿਆਦਾ ਇੰਕਰੀਜ਼ ਹੋ ਗਏ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ਼ ਵੇਖਣ ਨੂੰ ਮਿਲਿਆ। ਲੇਕਿਨ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਜਾਂ ਤਾਂ ਜੇ ਜਨਰਲ ਇਲੈਕਸ਼ਨ ਜੇ ਅਨਾਉਂਸ ਹੋ ਜਾਂਦੀ ਹੈ ਤਾਂ ਇਲੈਕਸ਼ਨ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਜਿਹੜੀ ਕਾਸਟ ਆਫ ਲਿਵਿੰਗ ਹੈਗੀ ਹੈ ਉਹਦੇ ਵਿੱਚ ਕਾਫੀ ਇੰਪੈਕਟ ਦੇਖਣ ਨੂੰ ਮਿਲ ਸਕਦਾ ਹੈ। ਵਾਕਈ 'ਚ ਵੇਖਣਾ ਬੇहद ਖਾਸ ਰਹੇਗਾ ਕਿ ਹੁਣ ਲੰਡਨ ਦੇ ਵਿੱਚ ਅੱਗੇ ਕੀ ਹੁੰਦਾ, ਯੂਕੇ ਦਾ ਅੱਗੇ ਕੀ ਭਵਿੱਖ ਵੇਖਣ ਨੂੰ ਮਿਲਦਾ ਹੈ। ਬੇहद ਸ਼ੁਕਰੀਆ ਅਨਮੋਲ ਇਸ ਸਾਰੀ ਜਾਣਕਾਰੀ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਦੇ ਲਈ। ਸੋ ਇਸ ਵੇਲੇ ਦੀ ਹੈ ਬੇहद ਵੱਡੀ ਖਬਰ ਸਮਝੀ ਜਾ ਸਕਦੀ ਹੈ। PM ਲਿਜ਼ ਟਰੱਸ ਜੀ ਹਾਂ 6 ਹਫ਼ਤਿਆਂ ਬਾਅਦ ਹੀ, ਮਹਿਜ਼ 6 ਹਫ਼ਤਿਆਂ ਬਾਅਦ ਯੂਕੇ ਦੀ PM ਲਿਜ਼ ਟਰੱਸ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਯੂਕੇ ਦੇ ਵਿੱਚ ਹਾਲਾਤ, ਫਾਈਨੈਂਸ਼ੀਅਲ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਸੀ। ਸਕਾਈ ਹਾਈ ਕੀਮਤਾਂ, ਜੀ ਹਾਂ ਅਸਮਾਨ ਚੀਰਦੀਆਂ ਰੋਜ਼ਮर्रा ਦੀ ਵਸਤੂਆਂ ਦੀਆਂ ਕੀਮਤਾਂ ਹੋਣ ਜਾਂ ਫਿਰ ਮਾਰਕੀਟਸ ਜਿਹੜੀਆਂ ਕ੍ਰੈਸ਼ ਹੋ ਰਹੀਆਂ ਸੀ, ਮਾਰਕੀਟਸ ਦੇ ਉੱਪਰ ਜਿਹੜਾ ਬੁਰਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਸੀ। ਟੈਕਸ ਕੱਟ ਜਿਹੜੇ ਅਨਾਉਂਸ ਕੀਤੇ ਗਏ ਸੀ, ਜਿਹੜੇ ਆਰਥਿਕ ਪਲਾਨ ਤਿਆਰ ਕੀਤੇ ਗਏ ਸੀ ਲਿਜ਼ ਟਰੱਸ ਗਵਰਨਮੈਂਟ ਵੱਲੋਂ, ਇੱਕ ਤੋਂ ਬਾਅਦ ਇੱਕ ਫੇਲੀਅਰ ਹੱਥ ਲੱਗਿਆ ਤੇ ਹੁਣ ਸਭ ਦੀਆਂ ਨਿਗਾਹਾਂ ਟਿਕ ਚੁੱਕੀਆਂ ਨੇ ਰਿਸ਼ੀ ਸੁਨਾਕ ਦੇ ਉੱਪਰ। ਜੀ ਹਾਂ, ਭਾਰਤੀ ਮੂਲ ਦੇ ਕੀ ਰਿਸ਼ੀ ਸੁਨਾਕ ਅਗਲੇ ਪ੍ਰਧਾਨ ਮੰਤਰੀ ਬਣਨਗੇ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਲਿਜ਼ ਟਰੱਸ ਦੇ ਜਾਣ ਮਗਰੋਂ ਹੁਣ ਸਭ ਤੋਂ ਪ੍ਰਬਲ ਦਾਅਵੇਦਾਰ ਰਿਸ਼ੀ ਸੁਨਾਕ ਹੀ ਵਿਖਾਈ ਦੇ ਰਹੇ ਨੇ। ਸੋ ਵੇਖਣਾ ਬੜਾ ਅਹਿਮ ਅਤੇ ਦਿਲਚਸਪ ਰਹੇਗਾ ਕਿ ਭਾਰਤ ਦੇ ਨਾਲ ਰਿਲੇਸ਼ਨਸ ਦੇ ਉੱਪਰ ਜਾਂ ਫਿਰ ਯੂਕੇ ਦੀ ਇਕਨੋਮੀ ਦੇ ਉੱਪਰ ਅੱਜ ਦੇ ਇਸ ਫੈਸਲੇ ਦਾ ਕੀ ਪੈਂਦਾ ਪ੍ਰਭਾਵ। I came into office at a time of great economic and international instability. Families and businesses were worried about how to pay their bills. Putin's illegal war in Ukraine threatens the security of our whole continent, and our country has been held back for too long by low economic growth. I was elected by the Conservative Party with a mandate to change this. We delivered on energy bills and on cutting national insurance. And we set out a vision for a low-tax, high-growth economy that would take advantage of the freedoms of Brexit. I recognise, though, given the situation, I cannot deliver the mandate on which I was elected by the Conservative Party. I have therefore spoken to His Majesty the King to notify him that I am resigning as leader of the Conservative Party. This morning I met the chairman of the 1922 committee, Sir Graham Brady. We've agreed that there will be a leadership election to be completed within the next week. This will ensure that we remain on a path to deliver our fiscal plans and maintain our country's economic stability and national security. I will remain as Prime Minister until a successor has been chosen. Thank you. The UK